ਅੱਜ ਮਿਤੀ 29 ਅਪ੍ਰੈਲ 2020 ਤੱਕ ਜ਼ਿਲ੍ਹਾ ਲੁਧਿਆਣਾ ਵਿੱਚ ਜਿਹੜੇ ਵੀ ਸੈਂਪਲ ਲਏ ਗਏ ਨੇ ਉਹਨਾਂ ਦੇ ਵਿੱਚੋਂ 1907 ਸੈਂਪਲ ਜਿਹੜੇ ਹੈਗੇ ਉਹ ਨੈਗੇਟਿਵ ਪਾਏ ਗਏ ਨੇ। 32 ਸੈਂਪਲ ਜਿਹੜੇ ਹੈਗੇ ਉਹ ਪੋਜ਼ਿਟਿਵ ਪਾਏ ਗਏ ਨੇ, ਜਿਹਦੇ ਵਿੱਚੋਂ 29 ਸੈਂਪਲ ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਿਤ ਨੇ ਤੇ 3 ਸੈਂਪਲ ਜਿਹੜੇ ਹੈਗੇ ਉਹ ਬਾਹਰਲੇ ਡਿਸਟ੍ਰਿਕਟਾਂ ਨਾਲ ਸੰਬੰਧਿਤ ਸੀਗੇ। 8 ਪੇਸ਼ੈਂਟ ਜਿਹੜੇ ਹੈਗੇ ਉਹ ਹੁਣ ਤੱਕ ਕਿਉਰਡ ਡਿਕਲੇਅਰ ਕੀਤੇ ਜਾ ਚੁੱਕੇ ਨੇ, 6 ਉਹਨਾਂ ਵਿੱਚੋਂ ਜ਼ਿਲ੍ਹਾ ਲੁਧਿਆਣਾ ਦੇ ਤੇ 2 ਬਾਹਰਲੇ ਜ਼ਿਲ੍ਹਿਆਂ ਦੇ ਹੈਗੇ। 5 ਡੈਥ ਜਿਹੜੀਆਂ ਹੈਗੀਆਂ ਉਹ ਰਿਪੋਰਟ ਹੋਈਆਂ ਨੇ, ਜਿਨ੍ਹਾਂ ਦੇ ਵਿੱਚੋਂ 4 ਜ਼ਿਲ੍ਹਾ ਲੁਧਿਆਣਾ ਦੀ ਤੇ 1 ਕੇਸ ਜਿਹੜਾ ਹੈਗਾ ਉਹ ਬਾਹਰਲੇ ਜ਼ਿਲ੍ਹੇ ਦਾ ਸੀਗਾ। ਤਾਂ ਹੁਣ ਟੋਟਲ ਐਕਟਿਵ ਕੇਸ ਜਿਹੜੇ ਹੈਗੇ ਉਹ ਜ਼ਿਲ੍ਹਾ ਲੁਧਿਆਣਾ ਦੇ ਵਿੱਚ 19 ਹਨ ਔਰ ਇਹ ਸਾਰੇ ਦੇ ਸਾਰੇ 19 ਕੇਸ ਜਿਹੜੇ ਹੈਗੇ ਉਹ ਜ਼ਿਲ੍ਹਾ ਲੁਧਿਆਣਾ ਦੇ ਨਾਲ ਸੰਬੰਧਿਤ ਨੇ। ਪਿਛਲੇ 24 ਘੰਟਿਆਂ ਦੀ ਜੇ ਆਪਾਂ ਗੱਲ ਕਰੀਏ ਤਾਂ 1 ਕੇਸ ਜਿਹੜਾ ਹੈਗਾ ਜਿਹੜਾ ਕਿ ਸਾਡੇ ਜਿਹੜੇ ACP ਸਾਹਿਬ ਸੀਗੇ ਉਹਨਾਂ ਦਾ ਜਿਹੜਾ ਡਰਾਈਵਰ ਸੀਗਾ ਉਹ ਫਿਰੋਜ਼ਪੁਰ ਤੋਂ ਬਿਲੋਂਗ ਕਰਦਾ ਸੀਗਾ ਤੇ ਆਪਣੀ ਟੈਸਟਿੰਗ ਤੋਂ ਬਾਅਦ ਉਹ ਫਿਰੋਜ਼ਪੁਰ ਦੇ ਵਿੱਚ ਹੀ ਐਡਮਿਟਡ ਸੀਗਾ ਔਰ ਉਹ ਪਿਛਲੇ 24 ਘੰਟਿਆਂ ਦੇ ਵਿੱਚ ਕਿਉਰਡ ਡਿਕਲੇਅਰ ਹੋਇਆ, ਜਿਹੜਾ ਕਿ ਮੈਂ ਅੱਜ ਕੱਲ੍ਹ ਦੇ ਨਾਲੋਂ ਇੱਕ ਜਿਹੜੀ ਫਿਗਰ ਵਧਾਈ ਹੈਗੀ ਉਹਦੀ ਫਿਗਰ ਹੈਗੀ ਜੋ ਕਿ ਕਿਉਰਡ ਡਿਕਲੇਅਰ ਹੋਇਆ ਹੈ। ਜਿਹੜੇ ਪੋਜ਼ਿਟਿਵ ਕੇਸਾਂ ਦੀ ਜਿੱਥੇ ਤੱਕ ਗੱਲ ਕਰੀਏ ਤਾਂ ਪਿਛਲੇ 24 ਘੰਟਿਆਂ ਦੇ ਵਿੱਚ 11 ਕੇਸਿਸ ਜਿਹੜੇ ਹੈਗੇ ਉਹ ਪੋਜ਼ਿਟਿਵ ਕੋਵਿਡ ਪੋਜ਼ਿਟਿਵ ਜਿਹੜੇ ਹੈਗੇ ਉਹ ਡਿਕਲੇਅਰ ਹੋਏ ਨੇ। ਇਹ 11 ਕੇਸਿਸ ਜਿਹੜੇ ਹੈਗੇ ਉਹ ਬਾਹਰਲੇ ਰਾਜਾਂ ਤੋਂ ਜਿਹੜੇ ਅਸੀਂ ਬੰਦਿਆਂ ਨੂੰ ਵਾਪਸ ਬੁਲਾ ਰਹੇ ਹਾਂ, ਭਾਵੇਂ ਉਹ ਨਾਂਦੇੜ ਤੋਂ ਹੋਣ, ਭਾਵੇਂ ਰਾਜਸਥਾਨ ਦੇ ਕੋਟਾ ਚੋਂ ਹੋਣ ਜਾਂ ਹੋਰ ਵੀ ਸਟੇਟਾਂ ਤੋਂ ਜਿਹੜੇ ਬੰਦੇ ਪੰਜਾਬੀ ਵਾਪਸ ਆ ਰਹੇ ਨੇ। ਉਹਦੇ ਵਿੱਚੋਂ ਪਹਿਲਾਂ ਜਿਹੜੇ ਇੰਸਟਰਕਸ਼ਨ ਸੀਗੇ ਉਸ ਦੇ ਮੁਤਾਬਿਕ ਹੁਣ ਅਸੀਂ ਸਾਰਿਆਂ ਦੀ ਟੈਸਟਿੰਗ ਜਿਹੜੀ ਹੈਗੀ ਉਹ ਕਰਵਾ ਰਹੇ ਹਾਂ। ਟੈਸਟਿੰਗ ਕਰਵਾਉਣ ਤੋਂ ਬਾਅਦ 7 ਕੇਸਿਸ ਜਿਹੜੇ ਹੈਗੇ ਉਹ ਨਾਂਦੇੜ ਤੋਂ ਜਿਹੜੇ ਰਿਟਰਨ ਹੋ ਕੇ ਆਏ ਨੇ ਉਹਨਾਂ ਦੇ ਪੋਜ਼ਿਟਿਵ ਨਿਕਲੇ ਨੇ ਤੇ 4 ਕੇਸਿਸ ਜਿਹੜੇ ਹੈਗੇ ਕੋਟਾ ਚੋਂ ਜਿਹੜੇ ਬੱਚੇ ਆਪਣੇ ਵਾਪਸ ਆਏ ਨੇ ਉਹਨਾਂ ਦੇ ਕੇਸਿਸ ਜਿਹੜੇ ਹੈਗੇ ਉਹ ਪੋਜ਼ਿਟਿਵ ਨਿਕਲੇ ਨੇ। ਲੇਕਿਨ ਸਾਰੇ ਦੇ ਸਾਰੇ 11 ਦੇ 11 ਜਿਹੜੇ ਬੰਦੇ ਹੈਗੇ ਸਾਰੇ ਦੇ ਸਾਰੇ ਅਸਿਮਪਟੋਮੈਟਿਕ ਨੇ ਤੇ ਕਿਸੇ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਰੋਨਾ ਦਾ ਲੱਛਣ ਜਾਂ ਕੋਈ ਵੀ ਸਿੰਪਟਮ ਜਿਹੜਾ ਹੈਗਾ ਉਹ ਵਿਜ਼ੀਬਲ ਨਹੀਂ ਹੈ। ਸਾਨੂੰ ਉਮੀਦ ਹੈ ਕਿ ਉਹ ਛੇਤੀ ਹੀ ਰਿਕਵਰ ਜਿਹੜਾ ਹੈਗਾ ਉਹ ਕਰ ਜਾਣਗੇ। ਕੁਛ ਅੱਜ ਗਵਰਨਮੈਂਟ ਵੱਲੋਂ ਰਿਲੈਕਸੇਸ਼ਨਸ ਜਿਹੜੀਆਂ ਹੈਗੀਆਂ ਉਹ ਦਿੱਤੀਆਂ ਗਈਆਂ ਹਨ। ਮੈਂ ਉਹ ਰਿਲੈਕਸੇਸ਼ਨਸ ਨੂੰ ਥੋੜਾ ਸਾ ਕਲੈਰੀਫਾਈ ਕਰਨਾ ਚਾਹਾਂਗਾ ਜਿਸ ਤੋਂ ਕਿ ਲੁਧਿਆਣਾ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਨਫਿਊਜ਼ਨ ਜਿਹੜੀ ਹੈਗੀ ਇਹਨਾਂ ਦੇ ਬਾਬਤ ਨਾ ਰਹੇ। ਤਾਂ ਅਸੀਂ ਸਭ ਤੋਂ ਪਹਿਲਾਂ ਗੱਲ ਕਰੀਏ ਇੰਡਸਟਰੀਜ਼ ਦੀ। ਤਾਂ ਇੰਡਸਟਰੀਜ਼ ਦੇ ਵਿੱਚ ਸਭ ਤੋਂ ਵੱਡੀ ਰਿਆਇਤ ਜਿਹੜੀ ਹੈਗੀ ਉਹ ਪੰਜਾਬ ਸਰਕਾਰ ਵੱਲੋਂ ਅੱਜ ਇਹ ਦਿੱਤੀ ਗਈ ਹੈ ਕਿ ਹੁਣ ਜੋ ਇੰਡਸਟਰੀਜ਼ ਦੀ ਕੰਡੀਸ਼ਨਸ ਹੈਗੀਆਂ ਜਾਂ ਜਿਹੜੀ ਕੰਡੀਸ਼ਨਸ ਦੇ ਉੱਤੇ ਇੰਡਸਟਰੀਜ਼ ਚੱਲ ਸਕਦੀਆਂ ਹਨ ਉਹ ਇੰਡਸਟਰੀਜ਼ ਨੂੰ ਹੁਣ ਕਿਸੇ ਵੀ ਤਰ੍ਹਾਂ ਦੀ ਪਰਮਿਸ਼ਨ ਲੈਣ ਦੀ ਲੋੜ ਨਹੀਂ ਹੈ। ਯਾਨੀ ਕਿ ਜੋ ਇੰਡਸਟਰੀਆਂ ਰੂਰਲ ਏਰੀਆ ਦੇ ਵਿੱਚ ਫਾਲ ਕਰਦੀਆਂ ਹਨ ਜਾਂ ਜਿਹੜੀਆਂ ਇੰਡਸਟਰੀਆਂ ਡੈਜ਼ਿਗਨੇਟਿਡ ਏਰੀਆ ਜਿਹੜੇ ਹੁੰਦੇ ਨੇ, ਫੋਰ ਐਗਜ਼ਾਮਪਲ ਫੋਕਲ ਪੁਆਇੰਟਸ ਹੋ ਗਏ, ਇੰਡਸਟਰੀਅਲ ਸਟੇਟਸ ਹੋ ਗਏ ਜਾਂ ਐਕਸਪੋਰਟ ਪ੍ਰਮੋਸ਼ਨ ਜ਼ੋਨਸ ਹੋ ਗਏ, ਸਪੈਸ਼ਲ ਇਕਨੋਮਿਕ ਜ਼ੋਨਸ ਹੋ ਗਏ, ਜਿਹੜੇ ਇਸ ਤਰ੍ਹਾਂ ਦੇ ਏਰੀਆਜ਼ ਡਿਕਲੇਅਰਡ ਡੈਜ਼ਿਗਨੇਟਿਡ ਏਰੀਆਜ਼ ਹੁੰਦੇ ਨੇ ਉਹਨਾਂ ਏਰੀਆ ਦੇ ਉੱਤੇ ਜਿਹੜੀਆਂ ਇੰਡਸਟਰੀਆਂ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਜੇ ਉਹ ਚਲਾਉਣਾ ਚਾਹੁੰਦੇ ਹਨ ਤਾਂ ਇੰਡਸਟਰੀ ਨੂੰ ਚਲਾਉਣ ਦੇ ਵਾਸਤੇ ਉਹਨਾਂ ਨੂੰ ਹੁਣ ਕੋਈ ਵੀ ਪਰਮਿਸ਼ਨ ਦੀ ਲੋੜ ਨਹੀਂ ਹੈ। ਉਹਨਾਂ ਨੂੰ ਸਿਰਫ ਔਰ ਸਿਰਫ ਇੱਕੋ ਹੀ ਕੰਮ ਕਰਨਾ ਹੈਗਾ ਕਿ ਉਹਨਾਂ ਨੂੰ ਇੱਕ ਸੈਲਫ ਡਿਕਲੇਰੇਸ਼ਨ ਜਿਹੜਾ ਹੈਗਾ ਉਹ ਇੰਡਸਟਰੀ ਡਿਪਾਰਟਮੈਂਟ ਦੀ ਜਿਹੜੀ ਵੈਬਸਾਈਟ ਹੈਗੀ ਜਿਸ ਦੇ ਉੱਤੇ ਉਹ ਪਹਿਲਾਂ ਪਰਮਿਸ਼ਨ ਮੰਗ ਰਹੇ ਸੀਗੇ ਉਸ ਉੱਤੇ ਕੇਵਲ ਔਰ ਕੇਵਲ ਇੱਕ ਸੈਲਫ ਡਿਕਲੇਰੇਸ਼ਨ ਜਿਹੜਾ ਹੈਗਾ ਉਹ ਅਪਲੋਡ ਕਰਨਾ ਹੈਗਾ ਕਿ ਅਸੀਂ ਜਿਹੜੀਆਂ ਗਵਰਨਮੈਂਟ ਵੱਲੋਂ SOPs ਵਗੈਰਾ ਬਣਾਏ ਹੋਏ ਨੇ ਉਹਨਾਂ ਦੀ ਅਸੀਂ ਪਾਲਣਾ ਕਰ ਰਹੇ ਹਾਂ ਔਰ ਆਪਣੀ ਇੰਡਸਟਰੀ ਨੂੰ ਚਲਾ ਰਹੇ ਹਾਂ। ਤਾਂ ਉਹਨਾਂ ਨੂੰ ਇਸ ਦੇ ਬਾਬਤ ਕਿਸੇ ਵੀ ਤਰ੍ਹਾਂ ਦੀ ਪਰਮਿਸ਼ਨ ਦੀ ਜਿਹੜੀ ਹੈਗੀ ਉਹ ਲੋੜ ਨਹੀਂ ਹੈ। ਲੇਕਿਨ ਜਿਹੜੀ ਦੂਜੀ ਚੀਜ਼ ਹੈਗੀ ਕਿ ਉਹਨਾਂ ਦੀ ਜਿਹੜੀ ਮੈਨੇਜਮੈਂਟ ਹੈਗੀ ਜਾਂ ਓਨਰਸ ਹੈਗੇ ਜਾਂ ਫਿਰ ਜਿਹੜੀ ਲੇਬਰ ਹੈਗੀ ਉਹਨਾਂ ਦੀ ਮੂਵਮੈਂਟ ਦਾ ਜਿੱਥੇ ਤੱਕ ਸਵਾਲ ਹੈਗਾ, ਕਿਉਂਕਿ ਉਹ ਜਿਹੜੀ ਲੇਬਰ ਹੈਗੀ ਜਾਂ ਮੈਨੇਜਮੈਂਟ ਦੇ ਬੰਦੇ ਹੈਗੇ ਜਾਂ ਓਨਰਸ ਵਗੈਰਾ ਹੈਗੇ ਉਹਨਾਂ ਨੂੰ ਆਣਾ ਜਾਣਾ ਪਊਗਾ, ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣਾ ਪਊਗਾ। ਤਾਂ ਉਹਦੇ ਵਾਸਤੇ ਗਵਰਨਮੈਂਟ ਵੱਲੋਂ ਕੁਝ ਰੂਲਸ ਰੈਗੂਲੇਸ਼ਨਸ ਜਿਹੜੀਆਂ ਹੈਗੀਆਂ ਉਹ ਬਣਾਈਆਂ ਗਈਆਂ ਹਨ, ਉਹ ਮੈਂ ਕਲੈਰੀਫਾਈ ਕਰਨਾ ਚਾਹਾਂਗਾ। ਨੰਬਰ 1 ਤਾਂ ਜੇ ਕੋਈ ਇੰਡਸਟਰੀ ਆਪਣੇ ਇੰਡਸਟਰੀਅਲ ਏਰੀਆ ਦੇ ਵਿੱਚ ਹੀ ਲੇਬਰ ਨੂੰ ਕੁਆਰੰਟੀਨ ਕਰਕੇ ਰੱਖਣਾ ਚਾਹੁੰਦੀ ਹੈ ਤਾਂ ਵੈਲ ਐਂਡ ਗੁੱਡ, ਬਹੁਤ ਵਧੀਆ ਗੱਲ ਹੈ, ਉਹ ਇਹ ਕਰ ਸਕਦੇ ਨੇ ਜਿਸ ਤੋਂ ਕਿ ਲੇਬਰ ਦੀ ਮੂਵਮੈਂਟ ਵਾਸਤੇ ਉਹਨਾਂ ਨੂੰ ਕੁਝ ਵੀ ਫਿਰ ਪਰਮਿਸ਼ਨ ਦੀ ਲੋੜ ਨਹੀਂ ਪਵੇਗੀ। ਯਾਨੀ ਕਿ ਜੇ ਉਹਨਾਂ ਦੇ ਇੰਡਸਟਰੀਅਲ ਕੰਪਲੈਕਸ ਦੇ ਅੰਦਰ ਹੀ ਰੈਜ਼ੀਡੈਂਸ਼ੀਅਲ ਫੈਸਿਲਿਟੀ ਜਿਹੜੀਆਂ ਹੈਗੀਆਂ ਉਹ ਪ੍ਰੋਵਾਈਡ ਕੀਤੀਆਂ ਗਈਆਂ ਹਨ ਤਾਂ ਉਹ ਨੂੰ ਕਿਸੇ ਵੀ ਤਰ੍ਹਾਂ ਦੀ ਲੇਬਰ ਦੇ ਮੂਵਮੈਂਟ ਵਾਸਤੇ ਵੀ ਪਰਮਿਸ਼ਨ ਦੀ ਲੋੜ ਨਹੀਂ ਹੈਗੀ। ਜੇ ਉਹ ਇੰਡਸਟਰੀ ਵੱਲੋਂ ਆਪਣੀ ਲੇਬਰ ਦੇ ਵਾਸਤੇ ਕੋਈ ਟਰਾਂਸਪੋਰਟ ਫੈਸਿਲਿਟੀ ਵਗੈਰਾ ਅਵੇਲ ਕੀਤੀ ਜਾਂਦੀ ਹੈ, ਪ੍ਰੋਵਾਈਡ ਕੀਤੀ ਜਾਂਦੀ ਹੈ, ਯਾਨੀ ਕਿ ਆਪਣੀ ਲੇਬਰ ਨੂੰ ਲੈ ਕੇ ਜਾਣਾ ਹੈ ਉਹਦੇ ਵਾਸਤੇ ਉਹਨਾਂ ਨੇ ਬੱਸ ਵਗੈਰਾ ਦੀ ਅਰੇਂਜਮੈਂਟ ਕੀਤੀ ਹੋਈ ਹੈ ਤਾਂ ਉਹਦੇ ਵਾਸਤੇ ਉਹਨਾਂ ਨੂੰ GMDIC ਦਫ਼ਤਰੋਂ ਉਹ ਆਪਣੇ ਬੱਸਾਂ ਦੇ ਪਾਸਿਸ ਜਿਹੜੇ ਹੈਗੇ ਉਹ ਬਣਵਾ ਸਕਦੇ ਹਨ ਔਰ ਉਹਨਾਂ ਨੂੰ ਆਪਣੀ ਲੇਬਰ ਨੂੰ ਉਹਨਾਂ ਬੱਸਾਂ ਦੇ ਵਿੱਚ ਲੈ ਕੇ ਜਾ ਸਕਦੇ ਹਨ। ਤਾਂ ਉਹ ਪਾਸਿਸ ਜਿਹੜੇ ਹੈਗੇ GMDIC ਵੱਲੋਂ ਪ੍ਰੋਵਾਈਡ ਕਰਤੇ ਜਾਣਗੇ ਔਰ ਹਰ ਇੱਕ ਇੰਡਸਟਰੀ ਜਿਹੜੀ ਹੈਗੀ ਉਹ ਇਹ ਫੈਸਿਲਿਟੀ ਜਿਹੜੀ ਹੈਗੀ ਉਸਨੂੰ ਅਵੇਲ ਕਰ ਸਕਦੀ ਹੈ। ਔਰ ਜੇ
ਇਹ ਵੀ ਚੀਜ਼ ਇੱਕ ਹੋਰ ਰਿਲੈਕਸੇਸ਼ਨ ਗਵਰਨਮੈਂਟ ਵੱਲੋਂ ਦਿੱਤੀ ਗਈ ਹੈ ਕਿ ਜੇ ਕੋਈ ਲੇਬਰ ਇਸ ਤਰ੍ਹਾਂ ਦੀ ਹੈਗੀ ਜਿਹੜੀ ਕਿ ਪੈਦਲ ਜਾਂ ਸਾਈਕਲ ਤੋਂ ਵੀ ਆਉਣਾ ਚਾਹੁੰਦੀ ਹੈ ਨੇੜੇ ਤੇੜਿਓਂ, ਤਾਂ ਇੰਡਸਟਰੀ ਵਾਲਾ ਜਿਹੜਾ ਹੈਗਾ ਉਹ ਉਸ ਲੇਬਰ ਦੇ ਲਈ ਆਪਣਾ ਪਾਸ ਜਿਹੜਾ ਹੈਗਾ ਉਹ ਬਣਵਾ ਸਕਦਾ ਹੈ। ਉਹ ਵੀ ਪਾਵਰਾਂ ਜਿਹੜੀਆਂ ਹੈਗੀਆਂ ਅਸੀਂ GMDIC ਨੂੰ ਦਿੱਤੀਆਂ ਹੈਗੀਆਂ। ਜੇ ਕੋਈ ਇੰਡਸਟਰੀਅਲਿਸਟ ਆਪਣੇ ਇੰਡਸਟਰੀ ਦੇ ਵਿੱਚ ਮੰਨ ਲਓ ਫੋਰ ਐਗਜ਼ਾਮਪਲ 50 ਬੰਦਿਆਂ ਨੂੰ ਕੰਮ ਕਰਾਉਣਾ ਚਾਹੁੰਦਾ ਹੈ, ਤਾਂ ਉਹ ਇੱਕ ਲਿਸਟ ਬਣਾ ਕੇ GMDIC ਨੂੰ ਦੇ ਸਕਦਾ ਹੈ ਕਿ ਮੈਂ ਆਪਣੀ ਇੰਡਸਟਰੀ ਦੇ ਵਿੱਚ ਇਹ ਬੰਦੇ ਜਿਹੜੇ ਹੈਗੇ ਇਹਨਾਂ ਤੋਂ ਕੰਮ ਕਰਵਾਉਣਾ ਚਾਹੁੰਦਾ ਹਾਂ, ਤਾਂ GMDIC ਉਸੇ ਲਿਸਟ ਦੇ ਉੱਤੇ ਉਸੇ ਨੂੰ ਹੀ ਕਾਊਂਟਰ ਸਾਈਨ ਕਰਕੇ ਵਾਪਸ ਕਰ ਦੇਊਗਾ। ਔਰ ਉਹ ਜਿਹੜਾ ਇਹਨੂੰ ਆਪਾਂ ਬਲਕ ਪਾਸ ਕਹਿੰਦੇ ਆ, ਤੇ ਇਹ ਜਿਹੜਾ ਬਲਕ ਪਾਸ ਹੈਗਾ ਉਹਦੀ ਕਾਪੀ ਜਿਹੜੀ ਹੈਗੀ ਉਹ ਇੰਡਸਟਰੀਅਲਿਸਟ ਆਪਣੀ ਸਾਰੀ ਲੇਬਰ ਨੂੰ ਇੱਕ ਕਾਪੀ ਦੇ ਸਕਦਾ ਹੈ। ਔਰ ਉਹ ਬਲਕ ਪਾਸ ਜਿਹੜਾ ਹੈਗਾ ਉਹ ਕੋਈ ਵੀ ਫੋਟੋ ਆਈਡੈਂਟੀਟੀ ਕਾਰਡ ਦੇ ਨਾਲ ਵੈਲਿਡ ਹੋਵੇਗਾ। ਉਸ ਨੂੰ ਲੈ ਕੇ ਲੇਬਰ ਜਿਹੜੀ ਹੈਗੀ ਉਹ ਪੈਦਲ ਜਾਂ ਸਾਈਕਲ ਤੋਂ ਆਪਣੇ ਘਰੋਂ ਇੰਡਸਟਰੀ ਤੱਕ ਔਰ ਇੰਡਸਟਰੀ ਤੋਂ ਘਰ ਤੱਕ ਜਾ ਸਕਦੀ ਹੈ। ਇਹਦੀ ਮੂਵਮੈਂਟ ਜਿਹੜੀ ਹੈਗੀ ਉਹ ਆਪਾਂ ਰਿਸਟ੍ਰਿਕਟ ਕਰਨਾ ਚਾਹੁੰਦੇ ਕਿਉਂਕਿ ਇਹ ਵੀ ਨਾ ਹੋਵੇ ਕਿ 24 ਘੰਟੇ ਜਿਹੜੀ ਹੈਗੀ ਇਹ ਵਾਲੀ ਮੂਵਮੈਂਟ ਹੁੰਦੀ ਰਹੇ। ਤਾਂ ਲੇਬਰ ਦੀ ਮੂਵਮੈਂਟ ਵਾਸਤੇ ਅਸੀਂ ਸਵੇਰੇ 7 ਵਜੇ ਤੋਂ 9 ਵਜੇ ਤੱਕ ਔਰ ਸ਼ਾਮੀ 5 ਵਜੇ ਤੋਂ 7 ਵਜੇ ਤੱਕ ਇਹ ਵਾਲੀ ਮੂਵਮੈਂਟ ਜਿਹੜੀ ਹੈਗੀ ਉਸ ਨੂੰ ਅਲਾਉ ਕਰਾਂਗੇ। ਤਾਂ ਮੈਂ ਇੱਕ ਵਾਰ ਫਿਰ ਰਿਪੀਟ ਕਰਨਾ ਚਾਹਾਂਗਾ ਕਿ ਇੰਡਸਟਰੀ ਨੂੰ ਹੁਣ ਕਿਸੇ ਵੀ ਤਰ੍ਹਾਂ ਦੀ ਪਰਮਿਸ਼ਨ ਦੀ ਜਿਹੜੀ ਹੈਗੀ ਆਪਣੀ ਇੰਡਸਟਰੀ ਨੂੰ ਚਲਾਉਣ ਦੇ ਵਾਸਤੇ ਕਿਸੇ ਪਰਮਿਸ਼ਨ ਦੀ ਲੋੜ ਨਾ ਹੈ। ਉਹਨਾਂ ਨੂੰ ਸਿਰਫ ਆਪਣਾ ਇੱਕ ਸੈਲਫ ਡਿਕਲੇਰੇਸ਼ਨ ਜਿਹੜਾ ਹੈਗਾ ਉਹ ਅਪਲੋਡ ਕਰਨਾ ਹੈ ਇੰਡਸਟਰੀ ਦੀ ਵੈਬਸਾਈਟ ਦੇ ਉੱਤੇ, ਜਿਸ ਤੋਂ ਕਿ ਸਾਡੇ ਕੋਲ ਇਨਫੋਰਮੇਸ਼ਨ ਆ ਜਾਊਗੀ ਕਿ ਕਿੰਨੀ ਇੰਡਸਟਰੀਆਂ ਜਿਹੜੀਆਂ ਨਹੀਂ ਚੱਲ ਰਹੀਆਂ ਹਨ ਔਰ ਕਿੰਨੀ ਲੇਬਰ ਉੱਤੇ ਕੰਮ ਕਰ ਰਹੀ ਹੈ। ਤਾਂ ਇਹ ਸਾਡੇ ਡੇਟਾਬੇਸ ਦੇ ਵਾਸਤੇ ਵੀ ਕੰਮ ਆਊਗੀ। ਔਰ ਜਿਹੜੀ ਲੇਬਰ ਦੀ ਮੂਵਮੈਂਟ ਹੈਗੀ ਉਹਦੇ ਵਾਸਤੇ ਜਾਂ ਤਾਂ ਇੰਡਸਟਰੀ ਜਿਹੜੀ ਹੈਗੀ ਉਹ ਇੰਡਸਟਰੀਅਲ ਕੁਆਰੰਟੀਨ ਫੈਸਿਲਿਟੀ ਯਾਨੀ ਕਿ ਆਪਣੇ ਹੀ ਏਰੀਆ ਦੇ ਵਿੱਚ ਕੋਈ ਲੇਬਰ ਨੂੰ ਰੱਖ ਸਕਦੀ ਹੈ, ਜਾਂ ਫਿਰ ਉਹਨਾਂ ਨੂੰ ਟਰਾਂਸਪੋਰਟ ਸਹੂਲਤ ਜਿਹੜੀ ਹੈਗੀ ਉਹ ਪ੍ਰੋਵਾਈਡ ਕਰ ਸਕਦੀ ਹੈ। ਟਰਾਂਸਪੋਰਟ ਸਹੂਲਤ ਜੇ ਪ੍ਰੋਵਾਈਡ ਕਰ ਰਹੇ ਹਾਂ ਤਾਂ GMDIC ਤੋਂ ਬੱਸਾਂ ਦੇ ਪਾਸਿਸ ਜਿਹੜੇ ਹੈਗੇ ਉਹ ਬਣਵਾ ਸਕਦੇ ਹਾਂ। ਔਰ ਜੇ ਪੈਦਲ ਜਾਂ ਸਾਈਕਲ ਤੋਂ ਉਹਨਾਂ ਦੀ ਲੇਬਰ ਨੇ ਆਉਣਾ ਹੈ ਤਾਂ ਉਹਦੇ ਲਈ ਲੇਬਰ ਪਾਸਿਸ ਜਿਹੜੇ ਹੈਗੇ ਉਹ ਇੰਡਸਟਰੀਅਲਿਸਟ ਜਿਹੜਾ ਹੈਗਾ ਬਲਕ ਵਿੱਚ GMDIC ਤੋਂ ਬਣਵਾ ਸਕਦਾ ਹੈ। ਹਰ ਇੱਕ ਬੰਦੇ ਦੇ ਵਾਸਤੇ ਇੰਡੀਵਿਜੂਅਲ ਪਾਸ ਬਣਵਾਉਣ ਦੀ ਲੋੜ ਨਾ ਹੈ। ਜਿਹੜੀ ਮੈਨੇਜਮੈਂਟ ਹੈਗੀ ਜਾਂ ਓਨਰਸ ਹੈਗੇ ਉਹਨਾਂ ਨੂੰ ਜੇ ਆਪਣੀ ਮੂਵਮੈਂਟ ਕਰਨੀ ਹੈ ਤਾਂ ਉਹਦੇ ਵਾਸਤੇ ਉਹ E-ਪਾਸ ਜਿਹੜਾ ਹੈਗਾ ਉਸਨੂੰ ਉਸਦੇ ਉੱਤੇ ਅਪਲਾਈ ਕਰ ਸਕਦੇ ਹਨ। GMDIC ਨੂੰ ਅਸੀਂ ਆਥੋਰਾਈਜ਼ ਕਰਤਾ ਹੈ ਕਿ ਇੰਡਸਟਰੀਅਲ ਪਰਪਸ ਦੇ ਵਾਸਤੇ ਜੋ ਵੀ ਬੰਦਾ ਅਪਲਾਈ ਕਰਦਾ ਹੈ ਤਾਂ ਉਹਦੀ ਪਰਮਿਸ਼ਨ ਜਿਹੜੀ ਹੈਗੀ GMDIC ਦਫ਼ਤਰ ਵੱਲੋਂ ਦੇ ਦਿੱਤੀ ਜਾਵੇਗੀ। ਕੇਵਲ E-ਪਾਸ ਅਪਲਾਈ ਕਰਨ ਵੇਲੇ ਜਿਹੜੀ ਸੈਲਫ ਡਿਕਲੇਰੇਸ਼ਨ ਤੁਸੀਂ ਇੰਡਸਟਰੀ ਦੀ ਵੈਬਸਾਈਟ ਦੇ ਉੱਤੇ ਅਪਲੋਡ ਕੀਤੀ ਹੈ ਉਹੀ ਸੈਲਫ ਡਿਕਲੇਰੇਸ਼ਨ ਜਿਹੜੀ ਹੈਗੀ E-ਪਾਸ ਦੇ ਵਾਸਤੇ ਅਪਲਾਈ ਕਰਤੀ ਜਾਵੇ। ਤਾਂ ਇੰਡਸਟਰੀਜ਼ ਦੇ ਜਿਹੜੇ ਮਸਲੇ ਹੈਗੇ ਉਹ ਕਾਫੀ ਹੱਦ ਤੱਕ ਇਹਨਾਂ ਰਿਲੈਕਸੇਸ਼ਨਸ ਦੇ ਨਾਲ ਹੱਲ ਹੋ ਜਾਂਦੇ ਹਨ। ਜੇ ਫਿਰ ਵੀ ਕੋਈ ਚੀਜ਼ ਰਹਿ ਜਾਂਦੀ ਹੈ, ਜੋ ਕੋਈ ਕਨਫਿਊਜ਼ਨ ਕਿਸੇ ਨੂੰ ਹੈਗਾ ਤਾਂ ਉਹ GMDIC ਦਫ਼ਤਰ ਦੇ ਨਾਲ ਕੰਟੈਕਟ ਕਰ ਸਕਦਾ ਹੈ ਔਰ ਉਹਨਾਂ ਨੂੰ ਉਹਨਾਂ ਦੀ ਕਲੈਰੀਫਿਕੇਸ਼ਨ ਜਿਹੜੀ ਹੈਗੀ ਉਹ ਜਾਰੀ ਕਰ ਦਿੱਤੀਆਂ ਜਾਂਦੀਆਂ। ਇਸ ਤੋਂ ਇਲਾਵਾ ਦੂਜਾ ਜਿਹੜਾ ਇਸ਼ੂ ਸੀਗਾ ਕੰਸਟਰਕਸ਼ਨ ਨੂੰ ਲੈ ਕੇ ਕਿ ਕੰਸਟਰਕਸ਼ਨ ਜਿਹੜੀ ਸੀਗੀ ਉਹ ਆਪਾਂ ਫਸਟ ਫੇਜ਼ ਦੇ ਵਿੱਚ ਸਿਰਫ ਗਵਰਨਮੈਂਟ ਪ੍ਰੋਜੈਕਟਸ ਜਿਹੜੇ ਸੀਗੇ ਸਾਰਿਆਂ ਨੂੰ ਉਹਨਾਂ ਨੂੰ ਪਹਿਲਾਂ ਅਲਾਉ ਕਰ ਰਹੇ ਸੀਗੇ। ਨੈਸ਼ਨਲ ਹਾਈਵੇ ਦੇ ਪ੍ਰੋਜੈਕਟ, ਸਮਾਰਟ ਸਿਟੀ ਦੇ ਪ੍ਰੋਜੈਕਟ, ਇਸ ਤਰ੍ਹਾਂ ਦੇ ਪ੍ਰੋਜੈਕਟ ਜਿਹੜੇ ਸੀਗੇ ਸਿਰਫ ਔਰ ਸਿਰਫ ਉਹ ਅਸੀਂ ਅਲਾਉ ਕੀਤੇ ਸੀਗੇ। ਲੇਕਿਨ ਅੱਜ ਗਵਰਨਮੈਂਟ ਵੱਲੋਂ ਕਾਫੀ ਰਿਆਇਤ ਜਿਹੜੀ ਹੈਗੀ ਉਹ ਕੰਸਟਰਕਸ਼ਨ ਦੀ ਐਕਟੀਵਿਟੀਆਂ ਦੇ ਵਿੱਚ ਵੀ ਦਿੱਤੀ ਗਈ ਹੈਗੀ, ਉਹ ਵੀ ਮੈਂ ਥੋੜੀ ਸੀ ਕਲੈਰੀਫਾਈ ਕਰਨਾ ਚਾਹਾਂਗਾ। ਨੰਬਰ 1 ਤਾਂ ਜੋ ਵੀ ਕੰਸਟਰਕਸ਼ਨ ਰੂਰਲ ਏਰੀਆ ਦੇ ਵਿੱਚ ਹੋਣੀ ਹੈ ਉਹਦੇ ਵਾਸਤੇ ਗਵਰਨਮੈਂਟ ਨੇ ਕਿਹਾ ਹੈਗਾ ਕਿ ਰੂਰਲ ਏਰੀਆ ਦੇ ਵਿੱਚ ਜਿਹੜੀਆਂ ਕੰਸਟਰਕਸ਼ਨਸ ਹੈਗੀਆਂ ਉਹ ਵੀ ਆਪਾਂ ਉਹਨਾਂ ਦੇ ਉੱਤੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਰਿਸਟ੍ਰਿਕਸ਼ਨ ਜਿਹੜੀ ਹੈਗੀ ਉਹ ਨਹੀਂ ਲਾਵਾਂਗੇ। ਰੂਰਲ ਏਰੀਆ ਦੇ ਵਿੱਚ ਕੋਈ ਨਵਾਂ ਪ੍ਰੋਜੈਕਟ ਵੀ ਕੋਈ ਚਾਲੂ ਕਰਨਾ ਚਾਹੁੰਦਾ ਹੈ, ਨਵੀਂ ਕੰਸਟਰਕਸ਼ਨ ਵੀ ਕੋਈ ਚਾਲੂ ਕਰਨਾ ਚਾਹੁੰਦਾ ਹੈ ਤਾਂ ਉਹ ਪਰਮਿਸ਼ਨਾਂ ਵੀ ਜਿਹੜੀਆਂ ਹੈਗੀਆਂ ਮਤਲਬ ਉਹ ਵੀ ਕੰਸਟਰਕਸ਼ਨ ਜਿਹੜੀਆਂ ਹੈਗੀਆਂ ਉਹ ਚਾਲੂ ਕੀਤੀਆਂ ਜਾ ਸਕਦੀਆਂ ਹਨ। ਲੇਬਰ ਦੀ ਮੂਵਮੈਂਟ ਦੇ ਵਾਸਤੇ ਆਪਾਂ 2 ਫੈਸਲੇ ਕੀਤੇ ਹਨ ਕਿ ਜੇ ਵਿਦਿਨ ਵਿਲੇਜ ਹੀ ਜੇ ਲੇਬਰ ਨੇ ਆਉਣਾ ਹੈਗਾ, ਰੂਰਲ ਏਰੀਆ ਦੀ ਲੇਬਰ ਜਿਹੜੀ ਹੈਗੀ ਪਿੰਡ ਦੇ ਵਿੱਚ ਹੀ ਰਹਿੰਦੀ ਹੈ ਤਾਂ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਾਸ ਵਗੈਰਾ ਦੀ ਲੋੜ ਨਹੀਂ ਹੋਵੇਗੀ। ਉਹ ਵਿਦਿਨ ਵਿਲੇਜ ਜਿਹੜਾ ਹੈਗਾ ਮੂਵਮੈਂਟ ਲੇਬਰ ਜਿਹੜੀ ਹੈਗੀ ਉਹ ਕਰ ਸਕਦੀ ਹੈ, ਕਿਸੇ ਨੂੰ ਕਿਸੇ ਵੀ ਤਰ੍ਹਾਂ ਦੇ ਪਾਸ ਦੀ ਲੋੜ ਨਾ ਹੈ। ਲੇਕਿਨ ਜੇ ਮੂਵਮੈਂਟ ਜਿਹੜੀ ਹੈਗੀ ਇੱਕ ਥਾਂ ਤੋਂ ਦੂਜੀ ਥਾਂ ਤੇ ਕਰਨੀ ਪੈਂਦੀ ਹੈ, ਜੇ ਇੱਕ ਵਿਲੇਜ ਤੋਂ ਬਾਹਰ ਜਾ ਕੇ ਕਰਨੀ ਪੈਂਦੀ ਹੈ ਤਾਂ ਆਪਣੇ ਸ਼ਹਿਰ ਤੋਂ ਬਾਹਰਲੇ ਜਿਹੜੇ ਸਬ ਡਿਵੀਜ਼ਨਸ ਹੈਗੇ ਖੰਨਾ, ਸਮਰਾਲਾ, ਜਗਰਾਓਂ, ਪਾਇਲ ਤੇ ਰਾਏਕੋਟ ਉਹਨਾਂ ਦੇ ਵਾਸਤੇ ਕੰਸਰਨ SDMs ਤੋਂ ਉਹ ਪ੍ਰੋਜੈਕਟਾਂ ਦੀ ਪਰਮਿਸ਼ਨ ਤੇ ਲੇਬਰ ਦੀ ਮੂਵਮੈਂਟ ਵਾਸਤੇ ਲੇਬਰ ਬਲ ਪਾਸ ਜਿਹੜੇ ਹੈਗੇ ਉਹ ਬਣਵਾਏ ਜਾ ਸਕਦੇ ਨੇ। ਜਿੱਥੇ ਤੱਕ ਅਰਬਨ ਏਰੀਆ ਦਾ ਸਵਾਲ ਹੈਗਾ ਯਾਨੀ ਕਿ ਕਮਿਸ਼ਨਰੇਟ ਏਰੀਆ ਜਾਂ ਫਿਰ ਆਪਣੇ SDM ਈਸਟ ਔਰ SDM ਵੈਸਟ ਦਾ ਜਿਹੜਾ ਏਰੀਆ ਹੈਗਾ ਉਹਦੇ ਵਾਸਤੇ ਜਿਹੜਾ ਸ਼ਹਿਰੀ ਏਰੀਆ ਪੈਂਦਾ ਹੈ ਸਪੈਸ਼ਲੀ ਉਸ ਸ਼ਹਿਰੀ ਏਰੀਆ ਦੇ ਵਿੱਚ ਜਿਹੜੀ 2 ਕੰਡੀਸ਼ਨ ਜਿਹੜੀਆਂ ਹੈਗੀਆਂ ਉਹ ਲਗਾਈਆਂ ਗਈਆਂ ਨੇ। ਇੱਕ ਤਾਂ ਜਿਹੜੇ ਪ੍ਰੋਜੈਕਟਸ ਆਲਰੇਡੀ ਚਾਲੂ ਨੇ ਕੇਵਲ ਔਰ ਕੇਵਲ ਉਹੀ ਪ੍ਰੋਜੈਕਟ ਜਿਹੜੇ ਹੈਗੇ ਉਹ ਲਏ ਜਾ ਸਕਦੇ ਹਨ। ਜਿਹੜਾ ਸ਼ਹਿਰੀ ਏਰੀਆ ਹੈਗਾ ਭਾਵੇਂ ਉਹ
ਲੁਧਿਆਣਾ ਸ਼ਹਿਰ ਦਾ ਹੋਵੇ ਜਾਂ ਬਾਕੀ 10 ਆਪਣੇ ਅਰਬਨ ਟਾਊਨਸ ਹੈਗੇ, ਉੱਥੇ ਕੇਵਲ ਉਹ ਪ੍ਰੋਜੈਕਟ ਜਿਹੜੇ ਹੈਗੇ ਲਏ ਜਾ ਸਕਦੇ ਹਨ ਜਿਹੜੇ ਕਿ ਪਹਿਲਾਂ ਚਾਲੂ ਹੋ ਚੁੱਕੇ ਹਨ। ਨਵੇਂ ਪ੍ਰੋਜੈਕਟ ਜਿਹੜੇ ਹੈਗੇ ਉਹ ਨਹੀਂ ਲਏ ਜਾ ਸਕਦੇ। ਇਹ ਪ੍ਰੋਜੈਕਟ ਦੀ ਕੈਟੇਗਰੀ ਕੋਈ ਵੀ ਹੋ ਸਕਦੀ ਹੈ, ਭਾਵੇਂ ਉਹ ਸਰਕਾਰੀ ਪ੍ਰੋਜੈਕਟ ਹੋਵੇ, ਪ੍ਰਾਈਵੇਟ ਪ੍ਰੋਜੈਕਟ ਹੋਵੇ, ਰੈਜ਼ੀਡੈਂਸ਼ੀਅਲ ਪ੍ਰੋਜੈਕਟ ਹੋਵੇ, ਕਮਰਸ਼ੀਅਲ ਪ੍ਰੋਜੈਕਟ ਹੋਵੇ, ਕੋਈ ਵੀ ਪ੍ਰੋਜੈਕਟ ਹੈਗਾ, ਕੋਈ ਵੀ ਕੰਸਟਰਕਸ਼ਨ ਜਿਹੜੀ ਹੈਗੀ ਉਹ ਵਾਲੇ ਪ੍ਰੋਜੈਕਟ ਜਿਹੜੇ ਹੈਗੇ ਚਲਾਏ ਜਾ ਸਕਦੇ ਹਨ। ਲੇਕਿਨ ਸ਼ਹਿਰ ਦੇ ਵਿੱਚ ਦੂਜੀ ਕੰਡੀਸ਼ਨ ਜਿਹੜੀ ਹੈਗੀ ਉਹ ਇਹ ਲਗਾਈ ਗਈ ਹੈਗੀ ਕਿ ਜਿਹੜੀ ਲੇਬਰ ਹੈਗੀ ਉਹ ਲੇਬਰ ਉਸ ਸਾਈਟ ਦੇ ਉੱਤੇ ਹੀ ਉਹਨਾਂ ਦਾ ਰਹਿਣ ਦਾ, ਖਾਣ ਪੀਣ ਦਾ ਅਰੇਂਜਮੈਂਟ ਜਿਹੜਾ ਹੈਗਾ ਉਹ ਕੰਟਰੈਕਟਰ ਵੱਲੋਂ ਕੀਤਾ ਜਾਵੇਗਾ। ਤਾਂ ਅਸੀਂ ਜੋ ਵੀ ਕੇਸਿਸ ਇਸ ਤਰ੍ਹਾਂ ਦੇ ਹੈਗੇ ਜੋ ਕੰਸਟਰਕਸ਼ਨ ਕਰਨਾ ਚਾਹੁੰਦੇ ਹਾਂ, ਭਾਵੇਂ ਉਹ ਪ੍ਰਾਈਵੇਟ ਬੰਦੇ ਹੈਗੇ ਆਪਣਾ ਘਰ ਬਣਾਉਣਾ ਚਾਹੁੰਦੇ ਹੈ, ਰੈਜ਼ੀਡੈਂਸ਼ੀਅਲ ਘਰ ਬਣਾਉਣਾ ਹੈ, ਕਮਰਸ਼ੀਅਲ ਕੋਈ ਪ੍ਰੋਜੈਕਟ ਹੈਗਾ ਕਿਸੇ ਦਾ, ਜੇ ਉਹ ਕੋਈ ਕਰਨਾ ਚਾਹੁੰਦਾ ਹੈ, ਜੇ ਉਸਨੇ ਆਲਰੇਡੀ ਚਾਲੂ ਕੀਤਾ ਹੋਇਆ ਹੈ ਤਾਂ ਉਸ ਪ੍ਰੋਜੈਕਟ ਨੂੰ ਕੰਪਲੀਟ ਕਰਨ ਦੇ ਵਾਸਤੇ acg@gmail.com ਦੇ ਉੱਤੇ ਅਪਲਾਈ ਕਰ ਸਕਦਾ ਹੈ। ਔਰ ਉਸ ਦੇ ਨਾਲ ਹੀ ਉਹ ਜਿੰਨੀ ਵੀ ਲੇਬਰ ਵੀ ਉੱਥੇ ਕੰਮ ਕਰਨਾ ਚਾਹੁੰਦੀ ਹੈ ਉਹਨਾਂ ਦੇ ਨਾਂ ਵਗੈਰਾ ਵੀ ਜਿਹੜੇ ਹੈਗੇ ਉਹ ਇਸ ਈਮੇਲ ਆਈਡੀ ਦੇ ਉੱਤੇ ਭੇਜ ਸਕਦਾ ਹੈ। ਤਾਂ ਅਸੀਂ ਉਸ ਨੂੰ ਪ੍ਰੋਜੈਕਟ ਦੀ ਵੀ ਪ੍ਰਵਾਨਗੀ ਜਿਹੜੀ ਹੈਗੀ ਦੇ ਦੇਵਾਂਗੇ ਤੇ ਨਾਲ ਹੀ ਨਾਲ ਉਹ ਲੇਬਰ ਦਾ ਪਾਸ ਜਿਹੜਾ ਹੈਗਾ ਉਹ ਵੀ ਬਣਾ ਕੇ ਬਲਕ ਪਾਸ ਜਿਹੜਾ ਹੈਗਾ ਬਣਾ ਕੇ ਦੇ ਦੇਵਾਂਗੇ। ਔਰ ਇਹ ਬਲਕ ਪਾਸ ਜਿਹੜਾ ਹੈਗਾ ਉਹ ਲੇਬਰ, ਕਿਉਂਕਿ ਲੇਬਰ ਨੇ ਤਾਂ ਸਾਈਟ ਦੇ ਉੱਤੇ ਹੀ ਰਹਿਣਾ ਹੈ, ਬਟ ਸਟਿਲ ਆਪਾਂ ਬਲਕ ਪਾਸ ਬਣਾ ਕੇ ਦੇ ਦੇਵਾਂਗੇ ਜਿਸ ਤੋਂ ਕਿ ਉਹਨਾਂ ਨੂੰ ਕੋਈ ਇੱਕ ਵਾਰ ਪਹਿਲੀ ਵਾਰ ਲੈ ਕੇ ਆਉਣ ਦੇ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਹੋਵੇ। ਤਾਂ ਇਸ ਦੇ ਨਾਲ ਕੰਸਟਰਕਸ਼ਨ ਦੇ ਵੀ ਜਿਹੜੇ ਕੰਮ ਜਿਹੜੇ ਹੈਗੇ ਉਹ ਕਾਫੀ ਹੱਦ ਤੱਕ ਸੌਟ ਆਊਟ, ਇਸ਼ੂ ਜਿਹੜੇ ਹੈਗੇ ਉਹ ਸੌਟ ਆਊਟ ਹੋ ਜਾਂਦੇ ਔਰ ਕਾਫੀ ਹੱਦ ਤੱਕ ਕੰਸਟਰਕਸ਼ਨ ਦੀ ਕਾਰਗੁਜ਼ਾਰੀ ਜਿਹੜੀ ਹੈਗੀ ਉਹ ਚਾਲੂ ਹੋ ਸਕਦੀ ਹੈ। ਲੇਕਿਨ ਇੱਕ ਚੀਜ਼ ਮੈਂ ਪਹਿਲਾਂ ਦੱਸਣਾ ਭੁੱਲ ਗਿਆ ਸੀਗਾ ਕਿ ਜੋ ਏਰੀਆ ਆਪਾਂ ਕੰਟੇਨਮੈਂਟ ਏਰੀਆ ਡਿਕਲੇਅਰ ਕਰਦੇ ਹਾਂ ਬਿਕੋਜ਼ ਆਫ ਬਹੁਤ ਜ਼ਿਆਦਾ ਜਿੱਥੇ ਕੇਸਿਸ ਵਗੈਰਾ ਆ ਜਾਂਦੇ ਹਨ ਉਹ ਵੀ ਆਪਾਂ ਲਗਾਤਾਰ ਡਿਕਲੇਅਰ ਕਰੇ ਜਾਂਦੇ ਹਨ। ਹਾਲ ਦੀ ਘੜੀ 'ਚ ਕੇਵਲ ਕਰੀ ਅਮਰਪੁਰਾ ਤੇ ਆਪਣਾ ਚੌਕੀਮਨ ਦੋ ਹੀ ਪਿੰਡ ਹੈਗੇ ਜਿਨ੍ਹਾਂ ਨੂੰ ਅਸੀਂ ਡਿਕਲੇਅਰ ਕੀਤਾ ਹੋਇਆ ਰਿਸਟ੍ਰਿਕਟਡ ਏਰੀਆ। ਉਸ ਤੋਂ ਇਲਾਵਾ ਬਾਕੀ ਥਾਵਾਂ ਨੂੰ ਅਸੀਂ ਨਹੀਂ ਕੀਤਾ ਹੋਇਆ, ਬਟ ਅੱਜ ਦੇ ਜਿਹੜੇ 11 ਕੇਸਿਸ ਪੋਜ਼ੀਟਿਵ ਆਏ ਉਸ ਤੋਂ ਬਾਅਦ ਅਸੀਂ ਹੋ ਸਕਦਾ ਇੱਕ ਆਧ ਏਰੀਆ ਨੂੰ ਹੋਰ ਵੀ ਡਿਕਲੇਅਰ ਕਰਨ। ਤਾਂ ਇਹ ਜਿਹੜੇ ਏਰੀਆਜ਼ ਹੋਣਗੇ ਉੱਥੇ ਐਕਟੀਵਿਟੀਆਂ ਜਿਹੜੀਆਂ ਹੈਗੀਆਂ ਉਹ ਪਰਮਿਟ ਨਹੀਂ ਕੀਤੀਆਂ ਜਾਣਗੀਆਂ। ਉਹਨਾਂ ਤੋਂ ਇਲਾਵਾ ਜਿਹੜਾ ਵੀ ਏਰੀਆ ਹੈਗਾ ਉਹਨਾਂ ਦੇ ਉੱਤੇ ਇਹ ਵਾਲੇ ਰਿਲੈਕਸੇਸ਼ਨ ਜਿਹੜੇ ਹੈਗੇ ਉਹ ਐਪਲੀਕੇਬਲ ਹੋਣਗੇ। ਤਾਂ ਕੰਸਟਰਕਸ਼ਨ ਦੇ ਵਿੱਚ ਵੀ ਆਪਾਂ ਕਲੈਰੀਫਾਈ ਕਰਤਾ ਕਿ ਰੂਰਲ ਏਰੀਆ ਦੇ ਵਿੱਚ ਸਾਰੇ ਕੇ ਸਾਰੇ ਤਰੀਕੇ ਦੇ ਕੰਮ ਕੀਤੇ ਜਾ ਸਕਦੇ ਹਨ ਵਿਦ ਪਰਮਿਸ਼ਨ ਆਫ SDM, ਔਰ ਅਰਬਨ ਏਰੀਆ ਦੇ ਵਿੱਚ ਜਿਹੜੇ ਕੰਮ ਹੈਗੇ ਉਹ ਵੀ ਸ਼ਹਿਰ ਤੋਂ ਬਾਹਰ ਵਾਸਤੇ ਜਿਹੜੀਆਂ ਕਮੇਟੀਆਂ ਹੈਗੀਆਂ ਉਹਦੇ ਵਾਸਤੇ SDM ਤੋਂ ਪਰਮਿਸ਼ਨ ਲੈ ਸਕਦੇ ਹਨ। ਔਰ ਕਮਿਸ਼ਨਰੇਟ ਏਰੀਆ ਜਾਂ ਮਿਊਨਿਸਪਲ ਕਾਰਪੋਰੇਸ਼ਨ ਲੁਧਿਆਣਾ ਦੇ ਏਰੀਆ ਦੇ ਵਿੱਚ acg@gmail.com ਦੇ ਉੱਤੇ ਐਪਲੀਕੇਸ਼ਨ ਪਾ ਕੇ ਆਪਣੀ ਪਰਮਿਸ਼ਨਾਂ ਜਿਹੜੀਆਂ ਹੈਗੀਆਂ ਉਹ ਲੈ ਸਕਦੇ ਹਨ। ਲੇਕਿਨ ਇਹ ਪਰਮਿਸ਼ਨ ਸਿਰਫ ਔਰ ਸਿਰਫ ਆਨਗੋਇੰਗ ਪ੍ਰੋਜੈਕਟਸ ਨੂੰ ਤੇ ਜਿਹੜੇ ਕੰਟਰੈਕਟਰ ਆਪਣੀ ਲੇਬਰ ਨੂੰ ਆਪਣੀ ਸਾਈਟ ਦੇ ਉੱਤੇ ਰੱਖਣ ਵਾਸਤੇ ਰੈਡੀ ਆ ਉਹਨਾਂ ਨੂੰ ਹੀ ਦਿੱਤੀ ਜਾਵੇਗੀ। ਤੀਜੀ ਜਿਹੜੀ ਇੰਪੋਰਟੈਂਟ ਐਕਟੀਵਿਟੀ ਹੈਗੀ ਉਹ ਹੈਗੀ ਸ਼ਾਪਸ, ਦੁਕਾਨਾਂ ਜਿਹੜੀਆਂ ਹੈਗੀਆਂ ਉਹਨਾਂ ਦੀ ਜੋ ਰਿਲੈਕਸੇਸ਼ਨ ਜਾਂ ਕਲੈਰੀਫਿਕੇਸ਼ਨ ਗਵਰਨਮੈਂਟ ਵੱਲੋਂ ਅੱਜ ਦਿੱਤੀ ਗਈ ਹੈ ਉਹ ਵੀ ਮੈਂ ਲੋਕਾਂ ਦੇ ਨਾਲ ਸ਼ੇਅਰ ਕਰਨਾ ਚਾਹਾਂਗਾ ਕਿਉਂਕਿ ਸਾਨੂੰ ਅੱਜ ਕਾਫੀ ਕੁਐਰੀਆਂ ਜਿਹੜੀਆਂ ਹੈਗੀਆਂ ਇਸ ਦੇ ਸੰਬੰਧ ਦੇ ਵਿੱਚ ਮਿਲ ਰਹੀਆਂ ਹਨ। ਤਾਂ ਇਹ ਜਿਹੜੀਆਂ ਕਲੈਰੀਫਿਕੇਸ਼ਨਸ ਹੈਗੀਆਂ ਉਹ ਇਸ ਤਰੀਕੇ ਨਾਲ ਹਨ। ਨੰਬਰ 1, ਜਿਹੜੀਆਂ ਸ਼ਾਪਸ ਅਸੀਂ ਆਲਰੇਡੀ ਪਰਮਿਟ ਕੀਤੀਆਂ ਹੋਈਆਂ ਹਨ, ਯਾਨੀ ਕਿ ਅਸੈਂਸ਼ੀਅਲ ਕਮੋਡਿਟੀ ਦੇ ਬਹੁਤ ਸਾਰੀ ਦੁਕਾਨਾਂ ਅਸੀਂ ਪਹਿਲਾਂ ਅਲਾਉ ਕੀਤੀਆਂ ਸੀਗੀਆਂ, ਭਾਵੇਂ ਉਹ ਹੋਮ ਡਿਲੀਵਰੀ ਦੇ ਵਾਸਤੇ ਕੀਤੀਆਂ ਹੋਣ, ਭਾਵੇਂ ਉਹ ਅਸੀਂ ਐਗਰੀਕਲਚਰ ਇਕਵਿਪਮੈਂਟ, ਹਾਰਡਵੇਅਰ ਸ਼ਾਪਸ ਜਾਂ ਕੁਝ ਇਸ ਤਰ੍ਹਾਂ ਦੀ ਐਗਰੀਕਲਚਰ ਐਕਟੀਵਿਟੀ ਨਾਲ ਸੰਬੰਧਿਤ ਦੁਕਾਨਾਂ ਸੀਗੀਆਂ ਉਹਨਾਂ ਨੂੰ ਅਲਾਉ ਕੀਤਾ ਸੀਗਾ। ਤਾਂ ਜਿਹੜੀਆਂ ਦੁਕਾਨਾਂ ਅਸੀਂ ਆਲਰੇਡੀ ਅਲਾਉ ਕਰ ਚੁੱਕੇ ਹਾਂ ਉਹ ਦੁਕਾਨਾਂ ਨੂੰ ਅਸੀਂ ਪਹਿਲਾਂ ਕਿਹਾ ਸੀਗਾ ਕਿ ਤੁਸੀਂ ਸਿਰਫ ਹੋਮ ਡਿਲੀਵਰੀ ਹੀ ਕਰ ਸਕਦੇ ਹੋ, ਭਾਵੇਂ ਉਹ ਮੈਡੀਕਲ ਦੀ ਦੁਕਾਨ ਸੀਗੀ, ਦੁੱਧ ਦੀ ਦੁਕਾਨ ਸੀਗੀਆਂ, ਡੇਅਰੀ ਦੀ ਦੁਕਾਨਾਂ ਸੀਗੀਆਂ ਜਾਂ ਕੁਝ ਇਸ ਤਰ੍ਹਾਂ ਦੀਆਂ ਰਾਸ਼ਨ ਦੀ ਦੁਕਾਨਾਂ ਸੀਗੀਆਂ, ਉਹ ਪਹਿਲਾਂ ਅਸੀਂ ਸਿਰਫ ਉਹਨਾਂ ਨੂੰ ਹੋਮ ਡਿਲੀਵਰੀ ਹੀ ਪਰਮਿਟ ਕਰਦੇ ਸੀਗੇ। ਲੇਕਿਨ ਹੁਣ ਨਵੀਂ ਰਿਲੈਕਸੇਸ਼ਨ ਦੇ ਮੁਤਾਬਕ ਹੁਣ ਸਵੇਰੇ 7 ਵਜੇ ਤੋਂ 11 ਵਜੇ ਤੱਕ ਉਹ ਕਾਊਂਟਰ ਸੇਲ ਜਿਹੜੀ ਹੈਗੀ ਉਹ ਵੀ ਕਰ ਸਕਦੇ ਹਨ। ਕਹਿਣ ਦਾ ਭਾਵ ਇਹ ਹੋਇਆ ਕਿ ਹੁਣ ਹੋਮ ਡਿਲੀਵਰੀ ਦਾ ਕੰਮ ਜਿਹੜਾ ਹੈਗਾ ਉਹ ਉਹਨਾਂ ਨੇ 7 ਵਜੇ ਤੋਂ 11 ਵਜੇ ਤੱਕ ਨਹੀਂ ਕਰਨਾ। ਸਵੇਰੇ 7 ਵਜੇ ਤੋਂ 11 ਵਜੇ ਤੱਕ ਉਹ ਕਾਊਂਟਰ ਸੇਲ ਕਰਨਗੇ। 11 ਵਜੇ ਤੋਂ ਸ਼ਾਮੀ 7 ਵਜੇ ਦੇ ਵਾਸਤੇ ਜਿਹੜੇ ਅਸੈਂਸ਼ੀਅਲ ਆਈਟਮਸ ਨੂੰ ਅਸੀਂ ਪਰਮਿਸ਼ਨ ਆਲਰੇਡੀ ਹੋਮ ਡਿਲੀਵਰੀ ਦੇ ਵਾਸਤੇ ਕੀਤੀ ਸੀਗੀ ਉਹ ਦੁਕਾਨਾਂ ਜਿਹੜੀਆਂ ਹੈਗੀਆਂ ਉਹ ਅਸੈਂਸ਼ੀਅਲ ਸਰਵਿਸਿਜ਼ ਜਿਹੜੀਆਂ ਹੈਗੀਆਂ ਉਹ 11 ਵਜੇ ਤੋਂ ਸ਼ਾਮੀ 7 ਵਜੇ ਤੱਕ ਅਸੈਂਸ਼ੀਅਲ ਕਮੋਡਿਟੀ ਦੀ ਹੋਮ ਸਪਲਾਈ ਵੀ ਹੋਮ ਡਿਲੀਵਰੀ ਜਿਹੜੀ ਹੈਗੀ ਉਹ ਕਰ ਸਕਦੇ ਨੇ। ਤਾਂ ਸਭ ਤੋਂ ਪਹਿਲੇ ਉਹ ਦੁਕਾਨਾਂ ਜਿਨ੍ਹਾਂ ਨੂੰ ਅਸੀਂ ਆਲਰੇਡੀ ਪਰਮਿਸ਼ਨ ਦਿੱਤੀਆਂ ਹੋਈਆਂ ਸੀਗੀਆਂ ਉਹਨਾਂ ਨੂੰ ਅਸੀਂ 7 ਵਜੇ ਤੋਂ 11 ਵਜੇ ਤੱਕ ਕਾਊਂਟਰ ਸੇਲ ਦੀ ਪਰਮਿਸ਼ਨ ਜਿਹੜੀ ਹੈਗੀ ਉਹ ਦੇ ਰਹੇ ਹਾਂ। 11 ਵਜੇ ਤੋਂ ਬਾਅਦ ਉਹ
काउंटर सेल नहीं करेंगे। 11 वजे तो बाद वो सिर्फ और सिर्फ होम डिलीवरी ही करेंगे। ये जिहड़ी दुकानां हैगियां असेंशियल कम्युनिटी वालियां वो ने 2-3 चीज़ां जिहड़ियां हैगियां अपने ध्यान 'च रखनियां होंदियां। नंबर 1, ये दुकानां जिहड़ियां हैगियां इन्हां दे सारे के सारे बंदे जो भी दुकान दे विच लगे होणगे उन्हां नूं मास्क पहनने लाजमी होवांगे। उन्हां ने मास्क जिहड़ा हैगा वो पहनना जरूरी है। दूजी जिहड़ी चीज़ हैगी अपनी दुकान दे उत्ते किसी भी तरह का रश जिहड़ा हैगा वो नहीं होण दिता जावे। जे दुकान दे विच ज़्यादा ग्राहक आ जाते हैं तो उन्होंने 2-2 मीटर की डिस्टेंस के उत्ते खड़ाया जाए। ये दुकानदार की जिम्मेवारी होगी कि जे किसी दुकानदार की दुकान पर बहुत ज़्यादा रश हो जाता है और वो रश को मेनटेन प्रॉपरली नहीं करता तो उसकी परमिशन जी हैगी वो कैंसिल भी की जा सकती है। और तीजी जी इंपॉर्टेंट गल हैगी वो ये हैगी कि 7 तो 11 बजे के विचकार जिहड़े लोगों ने ये फैसिलिटी अवेल करने के वास्ते जाना है उन्होंने इस वास्ते सवेरे 7 बजे तो 11 बजे के विचकार किसी भी पास की लोड़ नहीं होगी। वो दुकानों तक जा सकते हैं लेकिन पैदल। वो कोई भी बंदा जिहड़ा हैगा वो गड्डी की वरतों नहीं करेगा। 7 बजे तो 11 बजे तक वो असेंशियल आइटम्स के वास्ते इन्हां दुकानों तक पैदल जा सकते हैं और अपने काम की चीज़ां जिहड़ियां हैगियां वो ले सकते हैं। तो कोई भी व्हीकल जो है वो इस पीरियड में हम अलाउ नहीं करेंगे टू एक्सेस दी असेंशियल सर्विसेज। ये दुकानदारों की निजी जिम्मेवारी होगी कि कोई भी सोशल डिस्टेंसिंग नॉर्म जिहड़ा हैगा वो वायलेट ना होवे। और लोगों को भी मैं ये बेनती करना चाहांगा कि एक फैमिली चों सिर्फ एक बंदा ही जिहड़ा हैगा वो बाहर निकले और वो भी प्रॉपरली अपने आप को मास्क करके बाहर निकले। बाहर निकलन तो बाद अपने काम की जिहड़ियां चीज़ां हैगियां वो लवे, सोशल डिस्टेंसिंग को प्रॉपर मेनटेन करे। घर पुंजन तो बाद सब तो पहला अपने हाथों को चंगी तरह धोवे। जो भी सामान वो बाहरों लेके जाता है उन्होंने भी धो धवा के और फिर अंदर लेके जाए। प्रॉपरली हाइजीन और सफाई का ध्यान रखा जाए। स्पेशल दुकानां जिहड़ियां हैगियां वो खुल सकदियां हैं रूरल एरिया दे विच। और 7 बजे तो 11 बजे तक लोग जिहड़े हैंगे विदाउट एनी पास इन्हां दुकानों तक पैदल जाके अपना सामान लेके घरे वापस आ सकते हैं। और जिवें मैं पहला दस्सिया सीगा कि काइंडली किसी भी तरह की कोई भी इलीगल एक्टिविटी जिहड़ी हैगी वो ना की जाए कि कोई बंदा जिहड़ा हैगा इस बहाने 7 बजे तो 11 बजे के विचकार असेंशियल आइटम या कोई भी अपना जरूरत का आइटम लैण की थां ते आले दुआले अपने दोस्तों को मिलन चला गया। कुछ इस तरह की एक्टिविटियां जिहड़ियां हैगियां वो काइंडली ना कीतियां जाण क्योंकि ये चीज़ां जो तुसीं करोगे तो बाद हो सकता है सानू सख्ती करनी पै जाए। तो असीं यही सिर्फ चाहते हैं कि तुहाडी फैसिलिटेशन करने वास्ते तुहानूं सहूलतां दे वास्ते ये चीज़ां जिहड़ियां इन्नी चालू करिए। ये दुकानां जिहड़ियां खुलणगियां रूरल एरिया दे विच ये भी सिर्फ और सिर्फ वो वाली दुकानां परमिटेड होणगियां जिहड़ियां कि समान बेचदियां हन। जिहड़ियां सर्विसिस वाली दुकानां हैगियां वो जिहड़ी दुकानां जिहड़ियां हैगियां अलाउ नहीं कीतियां जाणगियां। फॉर एग्जाम्पल जिवें बारबर शॉप हो गई, नाई की दुकान वगैरह हो गई, सैलून्स वगैरह हो गए, ये चीज़ां जिहड़ियां हैगियां वो अलाउ नहीं कीतियां जाणगियां। तो वो दुकानां जिहड़ियां कोई सामान बेचदियां हन भावें किताब हो, स्टेशनरी हो, इस तरह के सामान जिहड़े हैगे वो 7 बजे तो 11 बजे तक रूरल एरिया दे विच खोल सकते हैं। और लोग जिहड़े हैगे विदाउट एनी पास वो दुकानों तो अपना सामान जिहड़ा हैगा लेके आ सकते हैं। अगेन सेम कंडीशनस कि उन्होंने बाकायदा मास्क वगैरह जिहड़ा हैगा वो पहनिया होवे। लोग जिहड़े घरों बाहर निकलते हैं अपना सर अपना मूँह ते नक जिहड़ी हैगी उन्होंने कवर करके उन्होंने रखना हैगा। सोशल डिस्टेंसिंग मेनटेन करनी हैगी। घरों बाहर निकलते हो तो सामान लेके फिर वापस अपने घरे जाना हैगा। और एक घर चों एको ही बंदा जिहड़ा हैगा वो बाहर निकले क्योंकि जो तुसीं ज़्यादा बंदे बाहर निकलोगे तो रश हो जाऊगा और सारे के सारा पर्पज जिहड़ा हैगा साडा वो डिफीट हो जाऊगा। इस तो अलावा जिहड़े अर्बन एरिया हैगे ਉਹਦੇ वास्ते गवर्नमेंट वालों कुछ ज़्यादा रिस्ट्रिक्शनस लगाई गई हैं क्योंकि अर्बन एरिया दे विच रश जिहड़ा हैगा वो बहुत ज़्यादा जल्दी हो जाता है। तो इस करके केवल और केवल वो दुकानां जिहड़ियां कि स्टैंड अलोन हैगियां। स्टैंड अलोन दुकान का मतलब होंदा है कि जिथे सिर्फ और सिर्फ एक कोई दुकान हैगी, ना खब्बे कोई दुकान हैगी ना सज्जे कोई दुकान हैगी। तो जे कोई दुकान इस तरह की हैगी जिहड़ी कि इकल्ली दुकान हैगी जिसदे खब्बे सज्जे कोई भी दुकान नहीं है, इस तरह की दुकानां जिहड़ियां हैगियां वो खुल सकदियां हन। लेकिन गुड्स की दुकान ही खुल सकती है। सर्विस की दुकान के वास्ते कोई भी किसी भी तरह की अर्बन एरिया हैगे ਉਹਦੇ वास्ते गवर्नमेंट वालों कुछ ज़्यादा रिस्ट्रिक्शनस लगाई गई हैं क्योंकि अर्बन एरिया दे विच रश जिहड़ा हैगा वो बहुत ज़्यादा जल्दी हो जाता है। तो इस करके
केवल और केवल वो दुकाना जिहड़ियां कि स्टैंड अलोन हैगियां। स्टैंड अलोन दुकान का मतलब होता है कि जिथे सिर्फ और सिर्फ एक कोई दुकान हैगी, ना खब्बे कोई दुकान हैगी, ना सज्जे कोई दुकान हैगी। तो जे कोई दुकान इस तरह की हैगी जिहड़ी कि इकल्ली दुकान हैगी, जिसके खब्बे सज्जे कोई भी दुकान नहीं है, इस तरह की दुकान जिहड़ियां हैगियां वो खुल सकदियां हन। लेकिन गुड्स की दुकान ही खुल सकती है, सर्विस की दुकान के वास्ते कोई भी किसी भी तरह की रिलैक्सेशन नहीं हैगी। तो जो दुकाना इस तरह दी हैगियां जिहड़ियां कि स्टैंड अलोन है, ना खब्बे कोई दुकान है, ना सज्जे कोई दुकान है, इस तरह की दुकान जिहड़ियां हैगियां उन्हां नूं परमिशन हैगी, वो दुकान जिहड़ियां हैगियां वो खुल सकदियां हन। इस तो अलावा जिहड़ियां रेजिडेंशियल कॉम्पलैक्सिस दे अंदर दुकान होंदियां हन, वो दुकान भी जिहड़ियां हैगियां खुल सकदियां। जिवें कि गेटेड कॉलोनी के अंदर कुछ लोग जिहड़े हैं कि कुछ सामान वगैरह बेचते हैं, वो दुकान जिहड़ियां हैगियां खुल सकदियां हन। वेड़े वगैरह जिहड़े हैगे उत्थे भी कुछ राशन की दुकान, सिलेंडर भरन वाले की दुकान, इदां दी जिहड़ियां दुकानां हैगियां वो खुल सकदियां हन। लेकिन दुकानां जिहड़ियां कि मार्केट कॉम्पलैक्सिस दे विच, शॉपिंग मॉल्स दे विच हैगियां, वो दुकानां जिहड़ियां हैगियां हाले नहीं खुल सकदियां। मार्केट दे विच दुकानां जिहड़ियां हैगियां वो नहीं खुल सकदियां। तां मैं दोबारा इस तो अलावा एक थोक मार्केट जिहड़ियां हैगियां उन्हां नूं असीं इंस्ट्रक्शन दे रहे हैं कि 11 बजे तो बाद ही वो दुकानां जिहड़ियां हैगियां वो खुलणगियां। 11 बजे तो पहला थोक की मार्केट जिहड़ी हैगी हुण वो नहीं खुलेगी। रेस्टोरेंट्स नहीं खुलणगे, लिकर शॉप्स, अहाते, इवेंट्स जिहड़े हैगे वो नहीं खुलणगे। इस तो अलावा असीं एक फैसिलिटी जिहड़ी हैगी वो दे रहे हैं कि जे किसी मार्केट नूं इंज जापदा है कि वो इस कैटेगरी इस गाइडलाइन दे विच कवर हुंदे हन, तां वो मार्केट एसोसीएशन जिहड़ियां हैगियां वो नंबर एक तो मैं ये क्लीयर करना चाहांगा कि जिहड़ी भी मार्केट 2 फ्लोर वगैरह की हैगी वो किसी भी तरीके नाल कवर इस दे विच नहीं हुंदी। जिहड़े शॉपिंग मॉल्स हैंगे वो इस दे विच कवर बिल्कुल नहीं हुंदे। लेकिन जे कोई मार्केट इहो जी हैगी जिथे कि दुकानदारां नूं या मार्केट एसोसीएशन नूं इदां लगदा है कि उन्हां दी जिहड़ी मार्केट हैगी उन्हां दी दुकानां जिहड़ियां हैगियां वो इन्हां गाइडलाइंस दे अंदर कवर हुंदियां हन, तां उहदे वास्ते असीं एक 2 मैंबरी कमेटी जिहड़ी हैगी वो बनाई हैगी। बाकी सारे सब डिविजनां दे वास्ते म्यूनिसिपल कमेटी एरिया जिहड़े हैगे उहदे वास्ते कंसर्न SDM ते DSP जिहड़े हैगे उन्हां दे कोल वो मार्केट एसोसीएशन अपनी एप्लीकेशन जिहड़ी हैगी वो दे सकते हैं, जिहदे विच वो पूरे मार्केट का नक्शा बना के उस प्रॉपरली उहदे विच कौन सी दुकान हैगी, किस चीज़ की वो दुकान है और उसका मालिक कौन है, ये सारी डिटेल जिहड़ी हैगी लिख के और वो की प्रपोज करते हैं, उसका की रोस्टर प्रपोज करते हैं कि किहड़ी दुकान वो किहड़ी तारीख को खोलना चाहते हैं। तो इस तरह की डिटेल बना के वो सबमिट कर सकते हैं। जे बाकी 10 शहर हैगे अपने उन्होंने वास्ते अपने SDMs नूं दे सकते हैं इस तरह की एप्लीकेशनस, और जे लुधियाना कॉरपोरेशन एरिया हैगा उहदे वास्ते असीं 2 मैंबरी कमेटी बनाई हैगी। ADC जगराऊं मैडम मीरू कत्याल गुप्ता ते DCP लॉ एंड ऑर्डर अश्विनी कपूर जी असीं उसका मैंबर बनाया है। ये दोनों लोग मिलके इसका फाइनली फैसला करांगे कि किहड़ी दुकान जिहड़ी हैगी वो इन्हां मार्केट विचों खुल सकदियां हन। बट एज ऑफ नाउ असीं सिर्फ और सिर्फ शहर दे विच असेंशियल आइटम्स की दुकान जिन्होंने असीं ऑलरेडी लाइसेंस या परमिशन दे चुके हैं असीं उन्हां नूं अलाउ कर रहे हैं, और वो दुकान जिहड़ियां कि स्टैंड अलोन हैगियां जिन्हां दे खब्बे सज्जे किसी भी तरह की दुकान नहीं हैगी उन्हां नूं असीं अलाउ कर रहे हैं, और जिहड़े गेटेड कॉम्पलैक्स गेटेड कॉलोनियां दे अंदर जिहड़ियां दुकानां हैगियां असीं सिर्फ उन्हां नूं अलाउ कर रहे हैं। इस तो अलावा होर किसी दुकान नूं असीं अलाउ नहीं कर रहे हैं। जे किसी नूं इंज जापदा हैगा कि उन्हां दी दुकान जिहड़ी है इस दे विच या उन्हां दा मार्केट जिहड़ा हैगा इहदे विच कवर हुंदा है, तो इन दैट केस वो अपनी एप्लीकेशन जिहड़ी हैगी इन्हां टीमां दे सामने दे सकते हैं। उन्हां नूं देख के और गवर्नमेंट वालों जो डायरैक्शनस आईयां हैगियां उस दे मुताबिक असीं उन्हां नूं परमिशन देवांगे या उन्हां दी एप्लीकेशन का निपटारा जिहड़ा हैगा वो करांगे। मैं सारिਆਂ ਨੂੰ फिर एक बार बेनती करना चाहांगा कि ये जिहड़ी रिलैक्सेशन गवर्नमेंट वालों दी जा रही है वो इस करके दी जा रही है कि असी सारे के सारे लोग जिहड़े हैगे उन्हां दे डिसिपलिन जिहड़ा हैगा पिछले 1.5 महीने का सरकार वालों देखा हैगा कि लोगों ने काफ़ी सरकार के डिसीजनों नूं सपोर्ट किया हैगा, और उस दे मुताबिक ही असी काफ़ी हद तक इस बीमारी नूं कंट्रोल करने दे विच सफल होए ने। असी एक एक्सपेरीमेंट के तौर पर देखना चाहते हैं कि लोग जिहड़े हैगे अगे भी जिहड़ी ये रिलैक्सेशन मिलती है जिन्होंने असी पार्शल रिलैक्सेशन कह रहे हैं उन्होंने चंगी तरह पालना करांगे,
लोग ਜਿਹੜੇ ਹੈਗੇ 7 ਵਜੇ ਤੋਂ 11 ਵਜੇ ਦੇ ਵਿਚਕਾਰ ਹੀ ਬਾਹਰ ਨਿਕਲਾਂਗੇ। ਕੇਵਲ ਉਹ ਵੀ ਤਦ ਨਿਕਲਾਂਗੇ ਜਦ ਉਹਨਾਂ ਨੂੰ ਜ਼ਰੂਰਤ ਹੋਵੇ। ਬੇਫਾਲਤੂ ਕੰਮਾਂ ਦੇ ਵਾਸਤੇ ਬਾਹਰ ਨਹੀਂ ਨਿਕਲਾਂਗੇ। ਔਰ ਇਸ ਤੋਂ ਇਲਾਵਾ ਇੱਕ ਘਰ ਚੋਂ ਕੇਵਲ ਇੱਕ ਬੰਦਾ ਹੀ ਜਿਹੜਾ ਹੈਗਾ ਉਹ ਬਾਹਰ ਨਿਕਲ ਕੇ ਆਪਣਾ ਐਸੈਂਸ਼ੀਅਲ ਆਈਟਮ ਤੇ ਜੋ ਵੀ ਆਈਟਮਸ ਉਹਨਾਂ ਨੂੰ ਲੋੜੀਂਦੇ ਹੈਗੇ ਉਹ ਆਈਟਮ ਜਿਹੜੇ ਹੈਗੇ ਲੈਣ ਵਾਸਤੇ ਬਾਹਰ ਨਿਕਲਾਂਗੇ। ਕਿਸੇ ਵੀ ਥਾਂ ਤੇ ਕੋਈ ਵੀ ਇਕੱਠ ਜਿਹੜਾ ਹੈਗਾ ਉਹ ਨਹੀਂ ਕੀਤਾ ਜਾਵੇਗਾ। ਇਹ ਸ਼ਾਪਕੀਪਰਸ ਦੀ ਰਿਸਪੌਂਸਿਬਿਲਿਟੀ ਹੋਵੇਗੀ ਕਿ ਉਹ ਬਾਕਾਇਦਾ ਇਹ ਜ਼ਰੂਰ ਚੈੱਕ ਕਰਨ ਕਿ ਉਹਨਾਂ ਦੀ ਦੁਕਾਨਾਂ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਰਸ਼ ਨਾ ਹੋਵੇ। ਜੇ ਕਿਤੇ ਰਸ਼ ਹੁੰਦਾ ਹੈ ਤਾਂ ਪ੍ਰੋਪਰਲੀ ਉਹਨਾਂ ਨੂੰ ਗੋਲੇ ਵਗੈਰਾ ਲਗਾ ਕੇ 2-2 ਮੀਟਰ ਦੀ ਡਿਸਟੈਂਸ ਤੇ ਲੋਕਾਂ ਨੂੰ ਖੜਾਉਣਗੇ। ਔਰ ਜੇ ਕੋਈ ਦੁਕਾਨਦਾਰ ਇਹਨਾਂ ਦੀ ਵਾਇਲੇਸ਼ਨ ਕਰਦਾ ਹੋਇਆ ਮਿਲੇਗਾ ਤਾਂ ਹੋ ਸਕਦਾ ਉਸ ਦੀ ਲਾਇਸੈਂਸ ਜਿਹੜਾ ਹੈਗਾ ਅਸੀਂ ਕੈਂਸਲ ਕਰ ਦਿੱਤਾ ਜਾਵੇ। ਲੋਕ ਜਿਹੜੇ ਹੈਗੇ ਬਾਹਰ ਵਹੀਕਲ ਬਿਲਕੁਲ ਲੈ ਕੇ ਨਾ ਨਿਕਲਣ। 7 ਵਜੇ ਤੋਂ 11 ਵਜੇ ਦੇ ਵਿਚਕਾਰ ਕੇਵਲ ਪੈਦਲ ਬਾਹਰ ਨਿਕਲਣਗੇ। ਜੇ ਕੋਈ ਵਹੀਕਲ ਤੋਂ ਨਿਕਲੂਗਾ ਤਾਂ ਫਿਰ ਉਸ ਦੇ ਖਿਲਾਫ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਅੰਟਿਲ ਅਨਲੈਸ ਇਟ ਇਜ਼ ਵੈਰੀ ਅਰਜੈਂਟ ਇਮਰਜੈਂਟ ਉਦੋਂ ਤੱਕ ਅਸੀਂ ਇਹ ਜਿਹੜੀ ਚੀਜ਼ਾਂ ਹੈਗੀਆਂ ਨਾ ਕਰਨ। ਪੁਲਿਸ ਵੱਲੋਂ ਲਗਾਤਾਰ ਸਾਰੇ ਏਰੀਆ ਜਿਹੜੇ ਹੈਗੇ ਪੈਟਰੋਲਿੰਗ ਕੀਤੀ ਜਾਵੇਗੀ। ਹਰ ਇੱਕ ਮਾਰਕੀਟ ਨੂੰ ਹਰ ਇੱਕ ਥਾਂ ਨੂੰ ਚੰਗੀ ਤਰ੍ਹਾਂ ਚੈੱਕ ਕੀਤਾ ਜਾਵੇਗਾ। ਜੇ ਕੋਈ ਵੀ ਵਾਇਲੇਸ਼ਨ ਇਹਦੇ ਵਿੱਚ ਮਿਲੇਗਾ ਤਾਂ ਸਖਤ ਕਾਰਵਾਈ ਜਿਹੜੀ ਹੈਗੀ ਉਹ ਕੀਤੀ ਜਾ ਸਕਦੀ ਹੈ। ਮੈਂ ਇੱਕ ਵਾਰ ਫਿਰ ਚूँकि ਕਾਫੀ ਸਾਰੀ ਚੀਜ਼ਾਂ ਹੈਗੀਆਂ ਉਹਨਾਂ ਨੂੰ ਸਮਰਾਈਜ਼ ਕਰਨਾ ਚਾਹਾਂਗਾ ਕਿ ਨੰਬਰ 1 ਇੰਡਸਟਰੀਜ਼ ਨੂੰ ਹੁਣ ਕੋਈ ਵੀ ਪਰਮਿਸ਼ਨ ਦੀ ਲੋੜ ਨਹੀਂ ਹੈ। ਸੈਲਫ ਡਿਕਲੇਰੇਸ਼ਨ ਉਹਨਾਂ ਨੇ ਅਪਲੋਡ ਕਰਨਾ ਹੈ ਚਲਾਉਣ ਦੇ ਵਾਸਤੇ। ਲੇਕਿਨ ਲੇਬਰ ਔਰ ਆਪਣੇ ਮੈਨੇਜਮੈਂਟ ਦੇ ਮੂਵਮੈਂਟ ਦੇ ਵਾਸਤੇ ਉਹਨਾਂ ਨੂੰ ਪਾਸਿਸ ਦੀ ਲੋੜ ਹੈ। ਬਲਕ ਪਾਸਿਸ ਜਿਹੜੇ ਹੈਗੇ ਉਹ ਲੇਬਰ ਦੇ ਵਾਸਤੇ ਲਏ ਜਾ ਸਕਦੇ ਹਨ GMDIC ਦਫ਼ਤਰੋਂ। ਔਰ ਮੈਨੇਜਮੈਂਟ ਤੇ ਓਨਰਸ ਦੇ ਵਾਸਤੇ ਪਾਸ ਜਿਹੜੇ ਹੈਗੇ ਉਹ ਵੀ GMDIC ਦਫ਼ਤਰੋਂ ਮਿਲ ਜਾਣਗੇ। ਪਾਸ ਦੀ ਜਿਹੜੀ ਆਪਣੀ ਲਿੰਕ ਹੈਗੀ ਉਸ ਦੇ ਉੱਤੇ ਅਪਲਾਈ ਕਰਕੇ ਲੋਕ ਜਿਹੜੇ ਹੈਗੇ ਆਪਣਾ ਪਾਸ ਬਣਵਾ ਸਕਦੇ ਹਨ। ਇਸ ਤੋਂ ਇਲਾਵਾ ਕੰਸਟਰਕਸ਼ਨ ਦੇ ਵਾਸਤੇ ਰੂਰਲ ਏਰੀਆ ਦੇ ਵਿੱਚ ਕੋਈ ਵੀ ਪ੍ਰੋਜੈਕਟ ਜਿਹੜਾ ਹੈਗਾ ਉਹ ਚਾਲੂ ਕੀਤਾ ਜਾ ਸਕਦਾ ਹੈ। ਅਰਬਨ ਏਰੀਆ ਦੇ ਵਿੱਚ ਸਿਰਫ ਔਰ ਸਿਰਫ ਜਿਹੜੇ ਪ੍ਰੋਜੈਕਟ ਆਲਰੇਡੀ ਚਾਲੂ ਸੀਗੇ ਔਰ ਜਿਹੜੀ ਲੇਬਰ ਨੂੰ ਆਪਣੀ ਸਾਈਡ ਦੇ ਉੱਤੇ ਉਹ ਬੰਦੇ ਰੱਖ ਸਕਦੇ ਹਨ। ਕੇਵਲ ਇਸ ਤਰ੍ਹਾਂ ਦੇ ਪ੍ਰੋਜੈਕਟ ਜਿਹੜੇ ਹੈਗੇ ਉਹ ਅਲਾਉ ਕੀਤੇ ਜਾਣਗੇ। ਸ਼ਾਪਸ ਦੇ ਵਾਸਤੇ ਜਿਹੜੀ ਆਲਰੇਡੀ ਅਪਰੂਵਡ ਸ਼ਾਪਸ ਹੈਗੀਆਂ ਜਾਂ ਜਿਨ੍ਹਾਂ ਨੂੰ ਅਸੀਂ ਆਲਰੇਡੀ ਪਰਮਿਸ਼ਨਾਂ ਦੇ ਚੁੱਕੇ ਹਾਂ ਅਸੈਂਸ਼ੀਅਲ ਆਈਟਮਸ ਦੇ ਵਾਸਤੇ ਉਹ ਸ਼ਾਪਸ ਜਿਹੜੀਆਂ ਹੈਗੀਆਂ ਹੁਣ ਸਵੇਰੇ 7 ਵਜੇ ਤੋਂ 11 ਵਜੇ ਤੱਕ ਆਪਣੀ ਦੁਕਾਨਾਂ ਜਿਹੜੀਆਂ ਹੈਗੀਆਂ ਕਾਊਂਟਰ ਸੇਲ ਦੇ ਵਾਸਤੇ ਖੋਲ ਸਕਦੀਆਂ ਹਨ। ਘਰੋਂ ਇੱਕ ਬੰਦਾ ਜਿਹੜਾ ਹੈਗਾ ਬਾਹਰ ਨਿਕਲ ਕੇ ਜਾ ਸਕਦਾ ਹੈ। ਕੋਈ ਵੀ ਵਹੀਕਲ ਔਰ ਮੂਵਮੈਂਟ ਜਿਹੜਾ ਹੈਗਾ ਉਹ ਚਾਲੂ ਅਲਾਉ ਨਹੀਂ ਕੀਤਾ ਜਾਵੇਗਾ। 11 ਵਜੇ ਤੋਂ ਬਾਅਦ ਹੋਮ ਡਿਲੀਵਰੀ ਕੀਤੀ ਜਾ ਸਕਦੀ ਹੈ ਇਹਨਾਂ ਦੁਕਾਨਾਂ ਤੋਂ ਅਸੈਂਸ਼ੀਅਲ ਆਈਟਮਸ ਤੋਂ ਜਿਨ੍ਹਾਂ ਨੂੰ ਪਰਮਿਸ਼ਨ ਆਲਰੇਡੀ ਦਿੱਤੀ ਹੋਈ ਹੈ। ਔਰ ਰੂਰਲ ਏਰੀਆ ਦੇ ਵਿੱਚ ਕੋਈ ਵੀ ਸ਼ਾਪਿੰਗ ਕੰਪਲੈਕਸ ਤੋਂ ਇਲਾਵਾ ਸਾਰੀ ਦੁਕਾਨਾਂ ਜਿਹੜੀਆਂ ਹੈਗੀਆਂ ਉਹ ਖੁੱਲ੍ਹ ਸਕਦੀਆਂ ਹਨ। ਲੇਕਿਨ ਸ਼ਾਪਿੰਗ ਕੰਪਲੈਕਸ ਦੇ ਵਿੱਚ ਕੋਈ ਵੀ ਦੁਕਾਨ ਨਹੀਂ ਖੁੱਲ੍ਹ ਸਕਦੀ। ਗੁੱਡਸ ਦੀ ਦੁਕਾਨਾਂ ਖੁੱਲ੍ਹਣਗੀਆਂ, ਸਰਵਿਸਿਜ਼ ਦੀ ਦੁਕਾਨਾਂ ਨਹੀਂ ਖੁੱਲ੍ਹਣਗੀਆਂ। ਸ਼ਹਿਰ ਦੇ ਵਿੱਚ ਜਿਹੜੀ ਸਟੈਂਡ ਅਲੋਨ ਸ਼ਾਪਸ ਹੈਗੀਆਂ ਯਾਨੀ ਕਿ ਜਿਨ੍ਹਾਂ ਦੇ ਖੱਬੇ ਸੱਜੇ ਕੋਈ ਦੁਕਾਨ ਨਹੀਂ ਹੁੰਦੀ ਇਸ ਤਰ੍ਹਾਂ ਦੀ ਦੁਕਾਨਾਂ ਅਲਾਉ ਕਰ ਰਹੇ ਹਾਂ ਆਪਾਂ। ਜਿਹੜੇ ਰੈਜ਼ੀਡੈਂਸ਼ੀਅਲ ਕੰਪਲੈਕਸਿਸ ਦੇ ਅੰਦਰ ਦੁਕਾਨਾਂ ਹੈਗੀਆਂ ਉਹਨਾਂ ਨੂੰ ਅਲਾਉ ਕਰ ਰਹੇ ਹਾਂ। ਬਾਕੀ ਮਾਰਕੀਟ ਕੰਪਲੈਕਸ ਤੇ ਸ਼ਾਪਿੰਗ ਮਾਲਸ ਦੇ ਵਿੱਚ ਹਾਲੇ ਆਪਾਂ ਕੋਈ ਵੀ ਦੁਕਾਨ ਨੂੰ ਪਰਮਿਸ਼ਨ ਅਸੀਂ ਨਹੀਂ ਦੇ ਰਹੇ ਹਾਂ। ਕੋਈ ਵੀ ਦੁਕਾਨ ਅਲਾਉ ਨਹੀਂ ਹੈਗੀ। ਥੋਕ ਮਾਰਕੀਟ ਵਾਲੀ ਦੁਕਾਨਾਂ ਜਿਹੜੀਆਂ ਹੈਗੀਆਂ ਉਹ 11 ਵਜੇ ਤੋਂ ਬਾਅਦ ਖੁੱਲ੍ਹਣਗੀਆਂ। ਔਰ ਕੇਵਲ ਗੁੱਡਸ ਦੀ ਦੁਕਾਨਾਂ ਜਿਹੜੀਆਂ ਕਿ ਪਰਮਿਸ਼ਨ ਦੇ ਵਿੱਚ ਵੀ ਸਿਰਫ ਔਰ ਸਿਰਫ ਉਹਨਾਂ ਦੁਕਾਨਾਂ ਨੂੰ ਪਰਮਿਸ਼ਨ ਹੈਗੀ ਜਿਨ੍ਹਾਂ ਜੋ ਕਿ ਗੁੱਡਸ ਦੇ ਨਾਲ ਯਾਨੀ ਆਈਟਮ ਸੇਲ ਪਰਚੇਜ ਕਰਦੇ ਹੈ ਉਹ ਵਾਲੇ ਦੁਕਾਨਾਂ ਹੀ ਅਲਾਉ ਕੀਤੀਆਂ ਜਾਣਗੀਆਂ। ਸਰਵਿਸਿਜ਼ ਵਾਲੀ ਦੁਕਾਨਾਂ ਜਿਹੜੀਆਂ ਹੈਗੀਆਂ ਉਹ ਅਲਾਉ ਨਹੀਂ ਕੀਤੀਆਂ ਜਾਣਗੀਆਂ। ਨਾ ਕੋਈ ਮਸਾਜ ਸੈਂਟਰ, ਨਾ ਕੋਈ ਸੈਲੂਨ, ਨਾ ਕੋਈ ਬਾਰਬਰ, ਕੋਈ ਵੀ ਅਲਾਉ ਨਹੀਂ ਕੀਤਾ ਜਾਵੇਗਾ। ਰੈਸਟੋਰੈਂਟ ਔਰ ਸ਼ਰਾਬ ਦੀ ਦੁਕਾਨਾਂ ਜਿਹੜੀਆਂ ਹੈਗੀਆਂ ਉਹ ਅਲਾਉ ਨਹੀਂ ਕੀਤੀਆਂ ਜਾਣਗੀਆਂ। ਥੈਂਕ ਯੂ।